ਅੱਜ ਆਓ ਅਸੀਂ ਆਤਮਾ ਦੇ ਵਿਸ਼ੇ ਵਿੱਚ ਇਸ ਸਿਰਲੇਖ ਦੇ ਅਧੀਨ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ ਕਿ ਸਾਨੂੰ ਆਤਮਾ ਦੇ ਬਾਰੇ ਸਹੀ ਢੰਗ ਨਾਲ ਸਮਝਣਾ ਨਹੀਂ ਚਾਹੀਦਾ ਤਾਂ ਜੋ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਸਵਰਗ ਦੀ ਇੱਕ ਜਿਉਂਦੀ ਆਸ ਰੱਖ ਸਕੀਏ। 2000 ਸਾਲ ਪਹਿਲਾਂ ਅਰਥਾਤ ਯੀਸ਼ੂ ਦੇ ਸਮੇਂ ਵਿੱਚ ਸਦੂਕੀ ਜੀ ਉੱਠਣ ਤੇ ਵਿਸ਼ਵਾਸ ਨਹੀਂ ਕਰਦੇ ਸਨ। ਉਹਨਾਂ ਵਿੱਚ ਆਤਮਾ ਦੀ ਕੋਈ ਸਮਝ ਨਹੀਂ ਸੀ। ਇਸ ਯੁੱਗ ਦੇ ਲੋਕਾਂ ਦੇ ਨਾਲ ਵੀ ਇਸ ਤਰ੍ਹਾਂ ਹੀ ਹੈ। ਅੱਜ ਧਰਤੀ ਨਾਮ ਦੇ ਛੋਟੇ ਜਿਹੇ ਪਿੰਡ ਵਿੱਚ 7.7 ਅਰਬ ਲੋਕ ਨਿਵਾਸ ਕਰਦੇ ਹਨ। 7.7 ਅਰਬ ਲੋਕਾਂ ਵਿੱਚੋਂ ਇਸ ਤਰ੍ਹਾਂ ਦੇ ਲੋਕ ਹਨ ਜੋ ਸਵਰਗੀ ਸਿਧਾਂਤ ਨੂੰ ਸਮਝਦੇ ਹਨ ਅਤੇ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਨਹੀਂ ਸਮਝਦੇ। ਧਰਤੀ ਤੇ ਬਹੁਤ ਸਾਰੇ ਅਲੱਗ ਪ੍ਰਕਾਰ ਦੇ ਲੋਕ ਹਨ। ਇਸ ਲਈ 2000 ਸਾਲ ਪਹਿਲਾਂ ਜਦੋਂ ਯੀਸ਼ੂ ਇਸ ਧਰਤੀ ਤੇ ਆਏ, ਉਹਨਾਂ ਦੀਆਂ ਦਿੱਤੀਆਂ ਹੋਈਆਂ ਕਈ ਸਿੱਖਿਆਵਾਂ ਵਿੱਚੋਂ ਇੱਕ ਇਹ ਸੀ, ਤੁਹਾਨੂੰ ਤੁਸੀਂ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਸਾਰੇ ਵਚਨਾਂ ਨੂੰ ਦੇਖ ਸਕਦੇ, ਸੁਣ ਸਕਦੇ, ਮਹਿਸੂਸ ਕਰ ਸਕਦੇ ਅਤੇ ਸਮਝ ਸਕਦੇ ਹੋ। ਭਾਵੇਂ ਪਰਮੇਸ਼ਵਰ ਕਿੰਨਾ ਵੀ ਜ਼ਿਆਦਾ ਕਿਉਂ ਨਾ ਦੱਸਦੇ ਹੋਣ, ਜੇਕਰ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਸਵੀਕਾਰ ਨਹੀਂ ਕਰ ਸਕਦੇ ਅਤੇ ਨਾ ਹੀ ਸਮਝ ਸਕਦੇ ਹਾਂ ਤਾਂ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਨਾ। ਪਰਮੇਸ਼ਵਰ ਦਾ ਇਸ ਧਰਤੀ ਦੀ ਸ੍ਰਿਸ਼ਟੀ ਕਰਨ ਦਾ ਕੁਝ ਕਾਰਨ ਹੈ ਅਤੇ ਸਾਡੀ ਇਸ ਧਰਤੀ ਤੇ ਆ ਕੇ ਇੱਥੇ ਨਿਵਾਸ ਕਰਨ ਦਾ ਵੀ ਕੁਝ ਕਾਰਨ ਹੈ। ਜੇਕਰ ਕੋਈ ਕਾਰਨ ਜਾਂ ਮਕਸਦ ਨਹੀਂ ਹੁੰਦਾ ਤਾਂ ਧਰਤੀ ਨਹੀਂ ਬਣਾਈ ਜਾਂਦੀ ਅਤੇ ਜੇ ਕੋਈ ਮਕਸਦ ਨਾ ਹੁੰਦਾ ਤਾਂ ਅਸੀਂ ਇਸ ਧਰਤੀ ਤੇ ਨਾ ਆਉਂਦੇ। ਜਦੋਂ ਤੁਸੀਂ ਧਿਆਨ ਨਾਲ ਦੇਖਦੇ ਹੋ, ਇਸ ਗੱਲ ਦਾ ਇਸ ਤਰ੍ਹਾਂ ਹੋਣ ਦਾ ਕੁਝ ਕਾਰਨ ਹੈ। ਧਰਤੀ ਤੇ ਸਾਡਾ ਸ਼ਾਰੀਰਿਕ ਜੀਵਨ ਆਤਮਿਕ ਦੁਨੀਆ ਦੀਆਂ ਚੀਜ਼ਾਂ ਦਾ ਵਿਸਤਾਰ ਹੈ ਅਤੇ ਭਵਿੱਖ ਵਿੱਚ ਅਸੀਂ ਆਪਣੇ ਉਹਨਾਂ ਸਾਰੇ ਪਾਪਾਂ ਤੇ ਕੁਧਰਮਾਂ ਤੋਂ ਪੂਰੀ ਰੀਤੀ ਨਾਲ ਮਾਫੀ ਪਾਵਾਂਗੇ ਜੋ ਅਸੀਂ ਸਵਰਗ ਵਿੱਚ ਕੀਤੇ ਸੀ ਅਤੇ ਪਿਤਾ ਅਤੇ ਮਾਤਾ ਜੀ ਦੇ ਬਲੀਦਾਨ ਨਾਲ ਸਾਡੇ ਅਨੰਤ ਸਵਰਗੀ ਘਰ ਵਾਪਸ ਜਾਣ ਦਾ ਸ਼ਾਨਦਾਰ ਰਾਹ ਖੋਲ ਦੇਵੇਗਾ, ਹੈ ਨਾ। 2000 ਸਾਲ ਪਹਿਲਾਂ ਯੀਸ਼ੂ ਨੇ ਇਸ ਧਰਤੀ ਤੇ ਆ ਕੇ ਸਾਰੀ ਆਤਮਿਕ ਗੱਲਾਂ ਦਾ ਵੇਰਵਾ ਦਿੱਤਾ, ਪਰ ਉਹਨਾਂ ਫਰੀਸੀਆਂ, ਸਦੂਕੀਆਂ ਅਤੇ ਅਨੇਕ ਲੋਕਾਂ ਨੇ ਜਿਨ੍ਹਾਂ ਤੇ ਯਹੂਦੀ ਧਰਮ ਦਾ ਫਤੂਰ ਸਵਾਰ ਸੀ, ਉਹਨਾਂ ਗੱਲਾਂ ਨੂੰ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਆਪਣੀਆਂ ਸ਼ਾਰੀਰਿਕ ਅੱਖਾਂ ਨਾਲ ਸਿਰਫ ਯੀਸ਼ੂ ਦੇ ਸ਼ਾਰੀਰਿਕ ਮੋਹਨ ਨੂੰ ਹੀ ਦੇਖਿਆ। ਇਸ ਲਈ ਯੀਸ਼ੂ ਪਰਮੇਸ਼ਵਰ ਦੇ ਸਮਾਨ ਨਹੀਂ ਦਿਖੇ ਜਿਨ੍ਹਾਂ ਦੀ ਬਾਈਬਲ ਵਿੱਚ ਭਵਿੱਖਬਾਣੀ ਕੀਤੀ ਗਈ ਸੀ ਅਤੇ ਜਿਨ੍ਹਾਂ ਨੇ ਆਕਾਸ਼ ਅਤੇ ਧਰਤੀ ਅਤੇ ਉਹਦੀਆਂ ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਕੀਤੀ ਸੀ। ਇਸ ਲਈ ਕਈ ਵਾਰ ਉਹਨਾਂ ਨੇ ਯੀਸ਼ੂ ਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਯੀਸ਼ੂ ਦੀਆਂ ਗੱਲਾਂ ਦਾ ਇਤਰਾਜ਼ ਕੀਤਾ। ਇਸ ਤੇ ਯੀਸ਼ੂ ਨੇ ਕਿਹਾ, ਪਰਮੇਸ਼ਵਰ ਦੇ ਜੀਵਨ ਦੇ ਵਚਨ ਨੂੰ ਹਰ ਕੋਈ ਨਹੀਂ ਸਮਝ ਸਕਦਾ ਅਤੇ ਨਾ ਹੀ ਉਹਨਾਂ ਨੂੰ ਸੁਣ ਸਕਦਾ ਜਾਂ ਮਹਿਸੂਸ ਕਰ ਸਕਦਾ ਹੈ, ਪਰ ਧੰਨ ਹਨ ਤੁਹਾਡੀਆਂ ਅੱਖਾਂ ਕਿਉਂਕਿ ਉਹ ਦੇਖਦੀਆਂ ਹਨ ਅਤੇ ਧੰਨ ਹੈ ਤੁਹਾਡੇ ਕੰਨ ਕਿਉਂਕਿ ਉਹ ਸੁਣਦੇ ਹਨ ਅਤੇ ਧੰਨ ਹਨ ਤੁਹਾਡੇ ਮਨ ਕਿਉਂਕਿ ਉਹ ਸਮਝਦੇ ਹਨ। ਯੀਸ਼ੂ ਨੇ ਆਪਣੀਆਂ ਸੰਤਾਨਾਂ ਨੂੰ ਜੋ ਪਰਮੇਸ਼ਵਰ ਦੀ ਇੱਛਾ ਸਹੀ ਤਰ੍ਹਾਂ ਨਾਲ ਜਾਣ ਕੇ ਵਿਸ਼ਵਾਸ ਦੇ ਜੀਵਨ ਜੀ ਰਹੇ ਸਨ, ਇਸ ਤਰ੍ਹਾਂ ਦੀ ਆਸ਼ੀਸ਼ ਦੇ ਵਚਨ ਦਿੱਤੇ। ਇਹ ਨਵੇਂ ਨੇਮ ਵਿੱਚ ਲਿਖਿਆ ਹੈ ਨਾ। ਅੱਜ ਆਓ ਅਸੀਂ ਆਤਮਾ ਦਾ ਅਧਿਐਨ ਕਰਨ ਦਾ ਸਮਾਂ ਲਈਏ ਜਿਸ ਦੇ ਬਾਰੇ ਵਿੱਚ ਬਾਈਬਲ ਦੇ ਜ਼ਰੀਏ ਪਰਮੇਸ਼ਵਰ ਨੇ ਆਪਣੀਆਂ ਸੰਤਾਨਾਂ ਨੂੰ ਸਿਖਾਇਆ ਹੈ। ਕੀ ਅਸੀਂ ਆਤਮਾਵਾਂ ਨੂੰ ਦੇਖ ਸਕਦੇ ਹਾਂ? ਜੇਕਰ ਕਿਸੇ ਨੂੰ ਆਤਮਾਵਾਂ ਦਿਖਾਈ ਦਿੰਦੀਆਂ ਹਨ ਤਾਂ ਉਹ ਹਰ ਰਾਤ ਬਹੁਤ ਡਰ ਜਾਂਦਾ ਹੋਵੇਗਾ। ਆਮ ਤੌਰ ਤੇ ਸਾਡੀਆਂ ਅੱਖਾਂ ਆਤਮਾਵਾਂ ਨੂੰ ਦੇਖ ਨਹੀਂ ਸਕਦੀਆਂ ਕਿਉਂਕਿ ਉਹ ਅਦਿੱਖ ਹਨ। ਇਸ ਲਈ ਸਾਡੇ ਲੋਕਾਂ ਨੂੰ ਆਤਮਾਵਾਂ ਦੇ ਵਿਸ਼ੇ ਵਿੱਚ ਦੱਸਣ ਤੇ ਵੀ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਸਮਝਦੇ। ਇਹ ਇਸ ਲਈ ਹੈ ਕਿਉਂਕਿ ਉਹ ਇਸ ਨੂੰ ਮਹਿਸੂਸ ਨਹੀਂ ਕਰ ਸਕਦੇ। ਲੋਕਾਂ ਨੂੰ ਲੱਗਦਾ ਹੈ ਕਿ ਉਹ ਇਸ ਲਈ ਘੁੰਮਣ ਅਤੇ ਕੰਮ ਕਰਨ ਵਿੱਚ ਕਾਬਿਲ ਹਨ ਕਿਉਂਕਿ ਉਹ ਭੋਜਨ ਖਾ ਕੇ ਆਪਣੇ ਸਰੀਰਾਂ ਵਿੱਚ ਸ਼ਕਤੀ ਇਕੱਠਾ ਕਰਦੇ ਹਨ। ਪਰ ਜੇਕਰ ਸਾਡੇ ਸਰੀਰ ਵਿੱਚ ਆਤਮਾ ਨਾ ਹੋਵੇ ਤਾਂ ਕੀ ਸਰੀਰ ਕੰਮ ਕਰ ਸਕਦਾ ਹੈ? ਸਰੀਰ ਦੇ ਜ਼ਿਆਦਾ ਭੋਜਨ ਲੈਣ ਤੋਂ ਬਾਅਦ ਵੀ ਇਹ ਕੰਮ ਨਹੀਂ ਕਰ ਸਕਦਾ। ਕੀ ਇਹ ਸੋਚਿਆ ਜਾ ਸਕਦਾ ਹੈ? ਇਹ ਸੋਚਿਆ ਵੀ ਨਹੀਂ ਜਾ ਸਕਦਾ। ਕੀ ਇਹ ਦੇਖ ਸਕਦਾ ਹੈ? ਨਹੀਂ, ਇਹ ਦੇਖ ਵੀ ਨਹੀਂ ਸਕਦਾ ਕਿਉਂਕਿ ਇਹ ਹੋਸ਼ ਵਿੱਚ ਨਹੀਂ ਹੋਵੇਗਾ। ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ
ਕਿ ਜੋ ਸਾਨੂੰ ਮਹਿਸੂਸ ਕਰਨ, ਦੇਖਣ ਅਤੇ ਸਮਝਣ ਵਿੱਚ ਕਾਬਿਲ ਬਣਾਉਂਦੀਆਂ ਹਨ, ਇਹ ਸਾਡੀ ਆਤਮਾਵਾਂ ਹਨ, ਹੈ ਨਾ? ਪਹਿਲਾਂ 1960 ਅਤੇ 1970 ਦੇ ਦਹਾਕੇ ਵਿੱਚ ਬਹੁਤ ਸਾਰੇ ਕੋਰੀਆਈ ਸੈਨਿਕ ਦੂਸਰੇ ਦੇਸ਼ਾਂ ਵਿੱਚ ਤਾਇਨਾਤ ਹੁੰਦੇ ਸੀ ਅਤੇ ਕੰਮ ਕਰਨ ਦੇ ਲਈ ਬਹੁਤ ਸਾਰੇ ਲੋਕ ਵਿਦੇਸ਼ ਜਾਂਦੇ ਸੀ, ਕਿਉਂਕਿ ਉਸ ਸਮੇਂ ਕੋਰੀਆਈ ਆਰਥਿਕਤਾ ਬਹੁਤ ਜ਼ਿਆਦਾ ਖਰਾਬ ਸੀ। ਇਸ ਲਈ ਲੋਕ ਪੈਸੇ ਕਮਾਉਣ ਦੇ ਲਈ ਮੱਧ ਪੂਰਬ ਦੇ ਵੱਲ ਜਾਂਦੇ ਸੀ। ਉਹਨਾਂ ਨੇ ਆਪਣੇ ਪਰਿਵਾਰਾਂ ਦਾ ਸਮਰਥਨ ਕੀਤਾ ਸੀ, ਕਿਉਂਕਿ ਕੋਰੀਆ ਦੀ ਤੁਲਨਾ ਵਿੱਚ ਉਹਨਾਂ ਨੂੰ ਜ਼ਿਆਦਾ ਤਨਖਾਹ ਮਿਲਦੀ ਸੀ। ਇੱਕ ਪਿਤਾ ਮੱਧ ਪੂਰਬ ਗਿਆ। ਉਸ ਸਮੇਂ ਸਾਊਦੀ ਅਰਬ ਵਰਗੇ ਮੱਧ ਪੂਰਬ ਦੇਸ਼ਾਂ ਵਿੱਚ ਬਹੁਤ ਸਾਰੇ ਨਿਰਮਾਣ ਦੇ ਕੰਮ ਤੇਜ਼ੀ ਨਾਲ ਚੱਲਦੇ ਸੀ। ਉੱਥੋਂ ਉਸਨੇ ਆਪਣੇ ਪਰਿਵਾਰ ਨੂੰ ਚਿੱਠੀ ਭੇਜੀ, ਇੱਥੇ ਦਿਨ ਨੂੰ ਪਾਰਾ 50 ਡਿਗਰੀ ਤੋਂ ਉੱਪਰ ਪਹੁੰਚਦਾ ਹੈ। ਜੇਕਰ ਤੁਸੀਂ ਅੰਡਾ ਤੋੜ ਕੇ ਕਿਸੇ ਕਾਰ ਦੇ ਹੁੱਡ ਤੇ ਰੱਖੋ ਤਾਂ ਉਹ ਆਮਲੇਟ ਬਣ ਜਾਂਦਾ ਹੈ। ਉਸ ਦਾ ਪਰਿਵਾਰ ਇਹ ਗੱਲ ਸੁਣ ਕੇ ਵਿਸ਼ਵਾਸ ਨਹੀਂ ਕਰ ਸਕਿਆ, ਕਿਉਂਕਿ ਉਹਨਾਂ ਨੇ ਇਸ ਪ੍ਰਕਾਰ ਦੀ ਚੀਜ਼ ਨੂੰ ਪਹਿਲਾਂ ਕਦੀ ਨਹੀਂ ਦੇਖਿਆ ਹੈ, ਕਿਉਂਕਿ ਉਹਨਾਂ ਨੇ 50 ਡਿਗਰੀ ਸੈਲਸੀਅਸ ਦੇ ਤਾਪਮਾਨ ਅਨੁਭਵ ਨਹੀਂ ਕੀਤਾ ਹੈ। ਪਰ ਹੁਣ ਮੌਸਮ ਦੇ ਬਦਲਣ ਕਰਕੇ ਕੋਰੀਆ ਵਿੱਚ ਵੀ ਅਸੀਂ 40 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਦਾ ਅਨੁਭਵ ਕਰ ਸਕਦੇ ਹਾਂ, ਹੈ ਨਾ? ਕਿਉਂਕਿ ਅਸੀਂ ਇਸ ਦਾ ਅਨੁਭਵ ਕੀਤਾ ਹੈ, ਇਸ ਲਈ ਹੁਣ ਅਸੀਂ ਇਹ ਵਿਸ਼ਵਾਸ ਕਰ ਸਕਦੇ ਹਾਂ ਕਿ ਪਾਰਾ ਇੰਨਾ ਜ਼ਿਆਦਾ ਉੱਪਰ ਚੜ੍ਹ ਸਕਦਾ ਹੈ। ਪਰ 1960 ਅਤੇ 70 ਦੇ ਦਹਾਕੇ ਵਿੱਚ ਇਹ ਬਹੁਤ ਘੱਟ ਸੀ, ਪਰ ਇਹ ਮੱਧ ਪੂਰਬ ਵਿੱਚ ਆਮ ਹੈ। ਅਤੇ ਚਿੱਠੀ ਵਿੱਚ ਇਹ ਲਿਖਿਆ ਸੀ, ਇਸ ਤੋਂ ਇਲਾਵਾ ਇੱਥੇ ਕੁਝ ਲੋਕ ਆਪਣੀਆਂ ਕਾਰਾਂ ਨੂੰ ਸੜਕ ਦੇ ਕਿਨਾਰੇ ਐਵੇਂ ਹੀ ਛੱਡ ਦਿੰਦੇ ਹਨ। ਤਦ ਕੋਰੀਆ ਦੇ ਲੋਕ ਇਹ ਨਹੀਂ ਮੰਨ ਸਕਦੇ ਸੀ ਕਿ ਲੋਕ ਆਪਣੀਆਂ ਕਾਰਾਂ ਨੂੰ ਐਵੇਂ ਹੀ ਛੱਡ ਦੇਣਗੇ। ਅਤੇ ਜਦੋਂ ਉਹਨਾਂ ਨੇ ਸੁਣਿਆ ਕਿ ਕਾਰਾਂ ਸੁੱਟਣ ਦੇ ਲਈ ਲੋਕਾਂ ਨੂੰ ਭੁਗਤਾਨ ਕਰਨਾ ਪੈਂਦਾ ਹੈ, ਤਾਂ ਇਹ ਉਹਨਾਂ ਦੀ ਸਮਝ ਤੋਂ ਪਰੇ ਸੀ। ਪਰ ਹੁਣ ਕੀ, ਕਦੀ-ਕਦੀ ਅਸੀਂ ਲੋਕਾਂ ਦੇ ਦੂਰ ਦੇ ਪਿੰਡਾਂ ਵਿੱਚ ਆਪਣੀਆਂ ਕਾਰਾਂ ਛੱਡਣ ਦੀਆਂ ਖਬਰਾਂ ਸੁਣਦੇ ਹਾਂ, ਹੈ ਨਾ? ਉਸ ਸਮੇਂ ਕਾਰ ਵਾਲੇ ਪਰਿਵਾਰ ਬਹੁਤ ਘੱਟ ਹੁੰਦੇ ਸਨ। ਜੇਕਰ ਉਹ ਸਿਰਫ ਬੇਕਾਰ ਦੀ ਕਾਰ ਪਾਉਂਦੇ ਤਾਂ ਉਸ ਨੂੰ ਠੀਕ ਕਰਕੇ ਚਲਾਉਂਦੇ ਸਨ। ਹੁਣ ਕਾਰਾਂ ਜਿਉਣ ਦੇ ਲਈ ਜ਼ਰੂਰੀ ਚੀਜ਼ ਹੈ। ਅੰਕੜੇ ਦੱਸਦੇ ਹਨ ਕਿ ਕੋਰੀਆ ਵਿੱਚ 2 ਕਰੋੜ ਜਾਂ 2 ਕਰੋੜ 50 ਲੱਖ ਕਾਰਾਂ ਹਨ। ਹਰ ਘਰ ਵਿੱਚ 1 ਜਾਂ 2 ਕਾਰਾਂ ਹਨ। ਪਰ ਪਹਿਲਾਂ 1960 ਅਤੇ 1970 ਦੇ ਦਹਾਕੇ ਵਿੱਚ ਕੋਰੀਆ ਦੀ ਆਰਥਿਕਤਾ ਇੰਨੀ ਖਰਾਬ ਸੀ ਕਿ ਲੋਕਾਂ ਦੇ ਕੋਲ ਕਾਰ ਨਹੀਂ ਹੁੰਦੀ ਸੀ। ਇਸ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਸੀ ਕਿ ਕੁਝ ਦੇਸ਼ਾਂ ਵਿੱਚ ਲੋਕ ਆਪਣੀਆਂ ਕਾਰਾਂ ਐਵੇਂ ਹੀ ਛੱਡ ਦਿੰਦੇ ਹਨ। ਇਸ ਗੱਲ ਤੇ ਵੀ ਵਿਸ਼ਵਾਸ ਕਰਨਾ ਮੁਸ਼ਕਿਲ ਸੀ ਕਿ ਜੇਕਰ ਤੁਸੀਂ ਕਾਰ ਤੇ ਹੁੱਡ ਤੇ ਅੰਡਾ ਤੋੜੋ ਤਾਂ ਉਹ ਆਮਲੇਟ ਬਣ ਜਾਵੇਗਾ। ਇਹ ਇਸ ਲਈ ਸੀ ਕਿਉਂਕਿ ਉਹਨਾਂ ਨੇ ਨਾ ਤਾਂ ਇਸ ਨੂੰ ਦੇਖਿਆ ਸੀ ਅਤੇ ਨਾ ਹੀ ਇਸ ਦਾ ਅਨੁਭਵ ਕੀਤਾ ਸੀ। ਆਤਮਾ ਦੇ ਵਿਸ਼ੇ ਵਿੱਚ ਵੀ ਜ਼ਿਆਦਾਤਰ ਲੋਕਾਂ ਵਿੱਚ ਇਹੋ ਜਿਹੇ ਵਿਚਾਰ ਹਨ। ਉਹ ਸੋਚਦੇ ਹਨ, ਮੈਂ ਨਾ ਤਾਂ ਆਤਮਾ ਦੇਖੀ ਹੈ ਅਤੇ ਨਾ ਹੀ ਇਸ ਨੂੰ ਮਹਿਸੂਸ ਕੀਤਾ ਹੈ, ਇਸ ਲਈ ਕਿ ਇਹ ਅਸਲ ਵਿੱਚ ਮੌਜੂਦ ਹੈ। ਜਦੋਂ ਆਤਮਿਕ ਦੁਨੀਆ ਅਤੇ ਆਤਮਾ ਦੀ ਗੱਲ ਆਉਂਦੀ ਹੈ ਤਾਂ ਪਰਮੇਸ਼ਵਰ ਨੇ ਆਤਮਿਕ ਦੁਨੀਆ ਤੋਂ ਸ਼ਾਰੀਰਿਕ ਦੁਨੀਆ ਵਿੱਚ ਆ ਕੇ ਸਾਨੂੰ ਇਹ ਸਿਖਾਇਆ ਹੈ ਕਿ ਆਤਮਿਕ ਦੁਨੀਆ ਕਿਵੇਂ ਦੀ ਹੁੰਦੀ ਹੈ। ਅਤੇ ਬਾਈਬਲ ਦੀਆਂ 66 ਪੁਸਤਕ ਨਾਮ ਦੀਆਂ ਚਿੱਠੀਆਂ ਵਿੱਚ ਸਾਨੂੰ ਆਤਮਿਕ ਦੁਨੀਆ ਅਤੇ ਸਵਰਗੀ ਦੁਨੀਆ ਦਾ ਵੇਰਵਾ ਦਿੱਤਾ ਹੈ ਨਾ? ਅਜੇ ਅਸੀਂ ਉਸ ਦੁਨੀਆ ਦਾ ਅਨੁਭਵ ਨਹੀਂ ਕੀਤਾ, ਪਰ ਉਹ ਦੁਨੀਆ ਪੱਕੀ ਤਰ੍ਹਾਂ ਨਾਲ ਮੌਜੂਦਗੀ ਵਿੱਚ ਹੈ। ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਇਸ ਤੇ ਵਿਸ਼ਵਾਸ ਕਰਕੇ ਪਰਮੇਸ਼ਵਰ ਦੀ ਅਗਵਾਈ ਦਾ ਪਾਲਨ ਕਰਦੇ ਹੋਏ ਉਸ ਦੁਨੀਆ ਵਿੱਚ ਜਾਣਾ ਚਾਹੀਦਾ ਹੈ। ਅੱਜ ਆਓ ਅਸੀਂ ਉਤਪਤ 2 ਨੂੰ ਇਕੱਠੇ ਖੋਲੀਏ ਅਤੇ ਉਸ ਭਾਗ ਨੂੰ ਦੇਖੀਏ ਜਿੱਥੇ ਇਹ ਕਿਹਾ ਗਿਆ ਹੈ ਕਿ ਪਰਮੇਸ਼ਵਰ ਨੇ ਮਨੁੱਖਾਂ ਨੂੰ ਬਣਾਉਂਦੇ ਹੋਏ ਉਸ ਵਿੱਚ ਆਤਮਾ ਪਾਈ ਸੀ। ਅਧਿਆਇ 2 ਵਚਨ 7 ਕਹਿੰਦਾ ਹੈ, ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਸੋ ਆਦਮੀ ਜਿਉਂਦੀ ਜਾਨ ਹੋ ਗਿਆ। ਪਰਮੇਸ਼ਵਰ ਨੇ ਮਨੁੱਖੀ ਸਰੀਰ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ। ਇਹ ਜੀਵਨ ਦਾ ਸਾਹ ਆਤਮਾ ਹੈ। ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਿੱਟੀ ਅਰਥਾਤ ਸਰੀਰ ਅਤੇ ਪਰਮੇਸ਼ਵਰ ਦੇ ਜੀਵਨ ਦਾ ਸਾਹ ਅਰਥਾਤ ਆਤਮਾ ਦੇ ਨਾਲ ਕੀ ਹੁੰਦਾ ਹੈ? ਜਦੋਂ ਇਹ ਇੱਕ ਦੂਸਰੇ ਨਾਲੋਂ ਅਲੱਗ ਹੋ ਜਾਂਦੇ ਹਨ
ਤਾਂ ਅਸੀਂ ਇਸ ਨੂੰ ਮੌਤ ਕਹਿੰਦੇ ਹਾਂ। ਇਹ ਵੀ ਬਾਈਬਲ ਵਿੱਚ ਪਰਮੇਸ਼ਵਰ ਦੀ ਸਿੱਖਿਆ ਹੈ। ਆਓ ਅਸੀਂ ਇਸ ਗੱਲ ਦੀ ਪੁਸ਼ਟੀ ਕਰੀਏ। ਆਓ ਅਸੀਂ ਉਪਦੇਸ਼ਕ ਅਧਿਆਇ 12 ਵਚਨ 7 ਦੇਖੀਏ। ਖਾਕ ਮਿੱਟੀ ਨਾਲ ਪਹਿਲਾਂ ਵਾਂਗੂ ਜਾ ਰਲੇ। ਉਪਦੇਸ਼ਕ ਅਧਿਆਇ 12 ਕਹਿੰਦਾ ਹੈ ਕਿ ਮਨੁੱਖ ਦੇ ਮਰ ਜਾਣ ਤੋਂ ਬਾਅਦ ਕੀ ਹੁੰਦਾ ਹੈ, ਅਤੇ ਖਾਕ ਮਿੱਟੀ ਨਾਲ ਪਹਿਲਾਂ ਵਾਂਗੂ ਜਾ ਰਲੇ, ਅਤੇ ਆਤਮਾ ਜੋ ਪਰਮੇਸ਼ਵਰ ਦਾ ਸਾਹ ਹੈ ਅਤੇ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਅੰਦਰ ਪਾਇਆ ਸੀ, ਕਿਸ ਦੇ ਕੋਲ ਮੁੜ ਜਾਵੇਗੀ? ਪਰਮੇਸ਼ਵਰ ਦੇ ਕੋਲ ਮੁੜ ਜਾਵੇ ਜਿਸ ਨੇ ਉਸ ਨੂੰ ਬਖਸ਼ਿਆ ਸੀ। ਸਾਡੀ ਆਤਮਾ ਅਤੇ ਸਰੀਰ ਦੇ ਮੇਲ ਹੋ ਜਾਣ ਤੇ ਅਸੀਂ ਜਿਉਂਦੇ ਮਨੁੱਖ ਦੇ ਰੂਪ ਵਿੱਚ ਚੱਲਦੇ ਹਾਂ। ਸਾਡੇ ਮਰ ਜਾਣ ਤੇ ਆਤਮਾ ਦੇ ਨਾਲ ਕੀ ਹੁੰਦਾ ਹੈ? ਆਤਮਾਵਾਂ ਉੱਥੇ ਵਾਪਸ ਜਾਂਦੀਆਂ ਹਨ ਜਿੱਥੇ ਉਹ ਮੂਲ ਰੂਪ ਵਿੱਚ ਸੀ, ਅਤੇ ਇਸ ਨੂੰ ਉਪਦੇਸ਼ਕ ਅਧਿਆਇ 12 ਵਿੱਚ ਮੌਤ ਕਿਹਾ ਜਾਂਦਾ ਹੈ। ਤਦ ਆਓ ਅਸੀਂ ਉਸ ਪ੍ਰਾਣ ਅਰਥਾਤ ਆਤਮਾ ਦਾ ਅਧਿਐਨ ਕਰੀਏ ਜੋ ਪਰਮੇਸ਼ਵਰ ਦੇ ਕੋਲ ਵਾਪਸ ਮੁੜ ਜਾਂਦੀ ਹੈ। ਆਓ ਅਸੀਂ ਪਹਿਲਾ ਰਾਜਾ ਅਧਿਆਇ 17 ਵਚਨ 17 ਦੇਖੀਏ। ਤਾਂ ਇਹ ਹੋਇਆ ਕਿ ਇਹਨਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਤੀਵੀ ਦਾ ਪੁੱਤਰ ਬਿਮਾਰ ਪੈ ਗਿਆ, ਅਤੇ ਉਹਦੀ ਬਿਮਾਰੀ ਬਹੁਤ ਸਖਤ ਸੀ, ਇੱਥੋਂ ਤੋੜੀ ਜੋ ਉਹਦੇ ਪ੍ਰਾਣ ਨਾ ਰਹੇ। ਤਾਂ ਉਸ ਏਲੀਆ ਨੂੰ ਆਖਿਆ, ਮੇਰਾ ਤੇਰੇ ਨਾਲ ਕੀ ਕੰਮ ਹੈ? हे ਪਰਮੇਸ਼ਵਰ ਦੇ ਬੰਦੇ, ਕੀ ਤੂੰ ਇਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤਰ ਨੂੰ ਮਾਰ ਸੁੱਟੇ? ਤਾਂ ਉਸਨੇ ਉਹਨੂੰ ਆਖਿਆ, ਆਪਣਾ ਪੁੱਤਰ ਮੈਨੂੰ ਦੇ। ਉਹ ਉਸ ਦੀ ਹਿੱਕ ਨਾਲੋਂ ਲੈ ਕੇ ਉੱਪਰ ਚੁਬਾਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਚੜ ਗਿਆ ਅਤੇ ਉਹਨੂੰ ਆਪਣੇ ਮੰਜੇ ਉੱਤੇ ਲਿਟਾ ਲਿਆ। ਤਾਂ ਉਸਨੇ ਯਹੋਵਾ ਨੂੰ ਉੱਚੀ ਦੇਈ ਆਖਿਆ, हे ਯਹੋਵਾ ਮੇਰੇ ਪਰਮੇਸ਼ਵਰ, ਤੂੰ ਇਸ ਵਿਧਵਾ ਉੱਤੇ ਵੀ ਬੁਰਾਈ ਲਿਆਇਆ ਜਿਹਦੇ ਘਰ ਮੈਂ ਟਿਕਿਆ ਹੋਇਆ ਹਾਂ, ਕਿ ਤੈਂ ਇਸ ਦੇ ਪੁੱਤਰ ਨੂੰ ਮਾਰ ਦਿੱਤਾ। ਤਾਂ ਉਸਨੇ 3 ਵਾਰ ਆਪ ਨੂੰ ਮੁੰਡੇ ਉੱਤੇ ਪਸਾਰਿਆ ਅਤੇ ਯਹੋਵਾ ਨੂੰ ਉੱਚੀ ਦਿੱਤੀ ਆਖਿਆ, हे ਯਹੋਵਾ ਮੇਰੇ ਪਰਮੇਸ਼ਵਰ, ਮੇਰੀ ਮਿੰਨਤ ਹੈ ਕਿ ਇਸ ਮੁੰਡੇ ਦੇ ਪ੍ਰਾਣ ਫਿਰ ਉਹਦੇ ਵਿੱਚ ਆ ਜਾਣ। ਤਾਂ ਯਹੋਵਾ ਨੇ ਏਲੀਆ ਦੀ ਆਵਾਜ਼ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਹਦੇ ਵਿੱਚ ਫਿਰ ਆ ਗਏ ਅਤੇ ਉਹ ਜੀ ਉੱਠਿਆ। ਤਾਂ ਏਲੀਆ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿੱਚੋਂ ਘਰ ਦੇ ਅੰਦਰ ਲੈ ਗਿਆ, ਉਹਦੀ ਮਾਂ ਨੂੰ ਜਾ ਦਿੱਤਾ ਅਤੇ ਏਲੀਆ ਨੇ ਆਖਿਆ, ਵੇਖ ਤੇਰਾ ਪੁੱਤਰ ਜਿਉਂਦਾ ਹੈ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਪਰਮੇਸ਼ਵਰ ਨੇ ਏਲੀਆ ਦੇ ਦੁਆਰਾ ਵਿਧਵਾ ਦੇ ਮੁੰਡੇ ਨੂੰ ਬਚਾਇਆ। ਪਰਮੇਸ਼ਵਰ ਦੇ ਉਸ ਮੁੰਡੇ ਨੂੰ ਬਚਾਉਣ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ? ਬਾਈਬਲ ਕਹਿੰਦੀ ਹੈ ਕਿ ਜਿਵੇਂ ਹੀ ਉਸ ਦੀ ਆਤਮਾ ਉਸ ਦੇ ਕੋਲ ਮੁੜ ਆਈ, ਉਹ ਜਿਉਂਦਾ ਹੋ ਗਿਆ। ਉਸ ਦੀ ਆਤਮਾ ਉਸ ਨੂੰ ਛੱਡਣ ਦੇ ਵਿਸ਼ੇ ਵਿੱਚ ਕੀ ਉਹ ਮਰ ਗਿਆ ਹੈ ਨਾ? ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਅਤੇ ਇਸ ਵਿੱਚ ਦੀਆਂ ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਕਰਦੇ ਸਮੇਂ ਮਨੁੱਖ ਸਰੀਰ ਨੂੰ ਮਿੱਟੀ ਤੋਂ ਅਤੇ ਮਨੁੱਖ ਦੀ ਆਤਮਾ ਨੂੰ ਜੀਵਨ ਦੇ ਸਾਹ ਤੋਂ ਬਣਾਇਆ। ਇਸ ਲਈ ਮਨੁੱਖ ਤੁਰ ਫਿਰ ਸਕਦਾ ਹੈ, ਪਰ ਮਨੁੱਖ ਦੇ ਸਰੀਰ ਅਤੇ ਆਤਮਾ ਦੇ ਅਲੱਗ ਹੋ ਜਾਣ ਤੇ ਅਸੀਂ ਕਹਿੰਦੇ ਹਾਂ ਉਹ ਮਰ ਗਿਆ। ਮਨੁੱਖ ਦੇ ਮਰਨ ਤੇ ਉਸ ਦੀ ਆਤਮਾ ਕਿੱਥੇ ਜਾਵੇਗੀ? ਉਹ ਪਰਮੇਸ਼ਵਰ ਦੇ ਕੋਲ ਜਾਂਦੀ ਹੈ ਅਤੇ ਉੱਥੇ ਉਸ ਦੇ ਨਾਲ ਕੀ ਹੋਵੇਗਾ? ਇਬਰਾਨੀ ਅਧਿਆਇ 9 ਦੇ ਅਨੁਸਾਰ ਉਸ ਦੇ ਨਾਲ ਕੀ ਹੋਵੇਗਾ? ਉਸ ਦਾ ਧਰਤੀ ਦੇ ਜੀਵਨ ਨੂੰ ਲੈ ਕੇ ਪਰਮੇਸ਼ਵਰ ਦਾ ਅੰਤਮ ਨਿਆਂ ਕੀਤਾ ਜਾਵੇਗਾ। ਇਸ ਤਰ੍ਹਾਂ ਲਿਖਿਆ ਹੈ, ਪਰਮੇਸ਼ਵਰ ਦੇਖਣਗੇ ਕਿ ਤੁਸੀਂ ਸ਼ਾਨਦਾਰ ਸਵਰਗ ਦੇ ਰਾਜ ਦੇ ਯੋਗ ਜੀਵਨ ਬਿਤਾਇਆ ਜਾਂ ਫਿਰ ਨਰਕ ਦੇ ਯੋਗ ਜੀਵਨ ਬਿਤਾਇਆ, ਜਿੱਥੇ ਤੁਸੀਂ ਜੁਗੋ ਜੁਗ ਤੱਕ ਦੁੱਖ ਭੋਗੋਗੇ। ਪਰਮੇਸ਼ਵਰ ਤੁਹਾਡੇ ਕੰਮਾਂ ਦੇ ਅਨੁਸਾਰ ਤੁਹਾਨੂੰ ਬਦਲਾ ਦੇਣਗੇ। ਆਓ ਅਸੀਂ ਇਸ ਤੇ ਜਲਦੀ ਇੱਕ ਨਜ਼ਰ ਪਾਈਏ। ਇਬਰਾਨੀਆਂ ਅਧਿਆਇ 9 ਵਚਨ 27। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਕੀ ਹੋਣਾ? ਨਿਆਂ, ਭਾਵੇਂ ਉਹ ਧਰਮੀ ਹੋਵੇ ਜਾਂ ਦੁਸ਼ਟ ਹੋਵੇ, ਹੁੰਦਾ ਹੈ। ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ, ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਕਿੰਨੀ ਵਾਰ? 2 ਵਾਰ ਪ੍ਰਗਟ ਹੋਵੇਗਾ। ਉਹ ਉਹਨਾਂ ਗਰੀਬ ਆਤਮਾਵਾਂ ਨੂੰ ਬਚਾਉਣ ਦੇ ਲਈ ਦੂਸਰੀ ਵਾਰ ਆਉਣਗੇ ਜੋ ਅਨੰਤ ਨਰਕ ਦੇ ਲਈ ਨਿਯੁਕਤ ਹੈ। ਸਾਨੂੰ ਉਸ ਪਰਮੇਸ਼ਵਰ ਦਾ ਪਾਲਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਆਪਣੀ ਆਵਾਜ਼ ਸੁਣਨ ਦਿੱਤੀ ਹੈ। ਇਸ ਤਰ੍ਹਾਂ ਲਿਖਿਆ ਹੈ,
ਕਿ ਪਰਮੇਸ਼ਵਰ ਸਾਨੂੰ ਅਨੰਤ ਸਵਰਗ ਦੇ ਰਾਜ ਵਿੱਚ ਲੈ ਜਾਣ ਦੇ ਲਈ ਇਸ ਧਰਤੀ ਤੇ ਆ ਰਹੇ ਹਨ, ਹੈ ਨਾ? ਸਾਡੀਆਂ ਆਤਮਾਵਾਂ ਪੱਕੀ ਤਰ੍ਹਾਂ ਮੌਜੂਦਗੀ ਵਿੱਚ ਹਨ ਅਤੇ ਆਤਮਿਕ ਦੁਨੀਆ ਹੈ। ਜਦੋਂ ਯੀਸ਼ੂ 2000 ਸੇ ਪਹਿਲੇ ਇਸ ਧਰਤੀ ਤੇ ਆਏ ਸਨ ਤਾਂ ਉਹਨਾਂ ਨੇ ਕਿਹਾ, ਔਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ, ਪਰ ਰੂਹ ਨੂੰ ਨਹੀਂ ਮਾਰ ਸਕਦੇ, ਸਗੋਂ ਉਸ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ। ਕਿ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਨਹੀਂ ਸਿਖਾਇਆ? ਆਓ ਅਸੀਂ ਮੱਤੀ ਅਧਿਆਇ 10 ਵਚਨ 27 ਦੇਖੀਏ। ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਦੱਸਾਂ, ਤੁਸੀਂ ਉਹਨੂੰ ਚਾਨਣ ਵਿੱਚ ਆਖੋ, ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ, ਕੋਠਿਆਂ ਉੱਤੇ ਉਹਦਾ ਪ੍ਰਚਾਰ ਕਰੋ। ਔਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ, ਪਰ ਰੂਹ ਨੂੰ ਨਹੀਂ ਮਾਰ ਸਕਦੇ, ਸਗੋਂ ਉਸ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ। ਇੱਥੇ ਵੀ ਯੀਸ਼ੂ ਨੇ ਸਪਸ਼ਟਤਾ ਨਾਲ ਸਾਡੀਆਂ ਆਤਮਾਵਾਂ ਦੇ ਬਾਰੇ ਵਿੱਚ ਜ਼ਿਕਰ ਕੀਤਾ ਹੈ ਅਤੇ ਸਾਨੂੰ ਇਹ ਅਹਿਸਾਸ ਕਰਾਇਆ ਹੈ ਕਿ ਆਤਮਿਕ ਦੁਨੀਆ ਹੈ। ਇਸ ਦੁਨੀਆ ਵਿੱਚ ਵਿਦਿਆ ਪ੍ਰਾਪਤੀ ਕਹੀ ਜਾਣ ਵਾਲੀ ਚੀਜ਼ ਹੈ। ਇਸ ਦੁਨੀਆ ਵਿੱਚ ਖੁਦ ਨੂੰ ਦੁਨੀਆ ਦੇ ਅਨੁਸਾਰ ਢਾਲਣਾ, ਚੰਗੀ ਤਰ੍ਹਾਂ ਨਾਲ ਜਿਉਣਾ ਹੀ ਵਿਦਿਆ ਦੀ ਪ੍ਰਾਪਤੀ ਹੈ। ਤਦ ਪਰਮੇਸ਼ਵਰ ਦੇ ਵਚਨ ਦੇ ਵਿਸ਼ੇ ਵਿੱਚ ਕੀ ਕਹੀਏ? ਪਰਮੇਸ਼ਵਰ ਸਾਨੂੰ ਖੁਦ ਨੂੰ ਸਵਰਗੀ ਦੇਸ਼ ਦੇ ਅਨੁਸਾਰ ਢਾਲਣਾ ਸਿਖਾ ਰਹੇ ਹਨ। ਅਸੀਂ ਇਹ ਸਿੱਖ ਰਹੇ ਹਾਂ ਕਿ ਅਸੀਂ ਕਿਵੇਂ ਸਵਰਗ ਦੇ ਅਨੁਸਾਰ ਢਲੀਏ। ਸੰਸਾਰਿਕ ਚੀਜ਼ਾਂ ਬਹੁਤ ਥੋੜੇ ਸਮੇਂ ਲਈ, ਤਤਕਾਲ ਅਤੇ ਥੋੜੇ ਚਿਰ ਲਈ ਹਨ। ਮੈਨੂੰ ਆਸ ਹੈ ਕਿ ਅਸੀਂ ਸਵਰਗ ਦੀ ਅਨੰਤ ਚੀਜ਼ਾਂ ਤੇ ਨਜ਼ਰ ਰੱਖਾਂਗੇ ਅਤੇ ਅਨੰਤ ਦੁਨੀਆ ਦੀ ਆਸ ਨਹੀਂ ਗੁਆਵਾਂਗੇ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 15 ਤੇ ਜਾ ਕੇ ਆਤਮਾ ਦੇ ਵਿਸ਼ੇ ਵਿੱਚ ਹੋਰ ਥੋੜਾ ਜਿਹਾ ਅਧਿਐਨ ਕਰੀਏ। ਅਧਿਆਇ 15 ਵਚਨ 30। ਹੁਣ हे ਭਰਾਵੋ, ਮੈਂ ਇਹ ਆਖਦਾ ਹਾਂ, ਜੋ ਮਾਸ ਅਤੇ ਲਹੂ, ਜੋ ਸ਼ਾਰੀਰਿਕ ਸਰੀਰ ਹੈ ਨਾ, ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ, ਜੋ ਅਸੀਂ ਸਭੇ ਨਹੀਂ ਸੋਵਾਂਗੇ, ਪਰ ਸਭੇ ਕੀ ਛਿਨ ਭਰ ਵਿੱਚ ਅਸੀਂ ਅੱਖ ਦੀ ਝਮਕ ਵਿੱਚ ਛੇਕੜ ਦੀ ਤੂਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੂਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ। ਇਸ ਦਾ ਅਰਥ ਹੈ ਕਿ ਸਾਡਾ ਜੀ ਉੱਠਣਾ ਹੋਵੇਗਾ, ਹੈ ਨਾ? ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਸਾਡੇ ਨਾਲ ਜੋ ਜਿਉਂਦੇ ਬਚੇ ਰਹਿਣਗੇ ਕੀ ਹੋਵੇਗਾ? ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਵਚਨ 53। ਕਿਉਂ ਜੋ ਜ਼ਰੂਰ ਹੈ ਕਿ ਨਾਸ਼ਵਾਨ ਅਵਿਨਾਸ਼ ਨੂੰ ਉਧਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਧਾਲੇ ਪਾਵੇ। ਪਰ ਜਾਂ ਇਹ ਨਾਸ਼ਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਧਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ। ਮੌਤ ਫਤਿਹ ਦੀ ਬੁਰਕੀ ਹੋ ਗਈ। ਆਓ ਅਸੀਂ ਵਚਨ 55 ਦੇ ਨਾਲ ਜਾਰੀ ਰੱਖੀਏ। ਹੇ ਮੌਤ, ਤੇਰੀ ਫਤਿਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ? ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ। ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜੋ ਸਾਨੂੰ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ। ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵੱਧਦੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ। ਇੱਥੇ ਪਰਮੇਸ਼ਵਰ ਸਾਨੂੰ ਦੱਸਦੇ ਹਨ ਕਿ ਅਸੀਂ ਆਤਮਿਕ ਸਰੀਰ ਵਿੱਚ ਬਦਲ ਕੇ ਸ਼ਾਨਦਾਰ ਆਤਮਿਕ ਦੁਨੀਆ ਵਿੱਚ ਜਾਵਾਂਗੇ। ਉਹ ਸਾਨੂੰ ਬਾਈਬਲ ਦੁਆਰਾ ਸਾਡੇ ਭਵਿੱਖ ਦਾ ਵੇਰਵਾ ਦੇ ਰਹੇ ਹਨ। ਅਨੰਤ ਸਵਰਗ ਦਾ ਰਾਜ ਜਿੱਥੇ ਅਸੀਂ ਬਹੁਤ ਜਲਦੀ ਜਾਵਾਂਗੇ, ਇਸ ਦੁਨੀਆ ਤੋਂ ਅਲੱਗ ਹੈ। ਇਹ ਦੁਨੀਆ ਦੁੱਖ, ਕਲੇਸ਼ ਅਤੇ ਦਰਦ ਨਾਲ ਨਕੋ ਨਕ ਭਰੀ ਹੋਈ ਹੈ। ਪਰ ਸਵਰਗ ਵਿੱਚ ਖੁਸ਼ਹਾਲੀ ਅਤੇ ਖੁਸ਼ੀ ਭਰੀ ਹੋਈ ਹੈ ਅਤੇ ਉਹ ਹਰ ਦਿਨ ਨਵੇਂ ਪ੍ਰਕਾਰ ਨਾਲ ਸਿਰਜਿਆ ਜਾਵੇਗਾ। ਪਰਮੇਸ਼ਵਰ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਉਹ ਦੁਨੀਆ ਦੇਣਗੇ। ਤੀਸਰੇ ਆਯਾਮੀ ਦੁਨੀਆ ਵਿੱਚ ਅਸੀਂ ਸੋਚਦੇ ਹਾਂ ਕਿ ਉਸ ਤਰ੍ਹਾਂ ਦੀ ਦੁਨੀਆ ਅਸਲ ਵਿੱਚ ਮੌਜੂਦ ਹੋ ਸਕਦੀ ਹੈ। ਆਮ ਤੌਰ ਤੇ ਲੋਕਾਂ ਨੂੰ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਹੁੰਦਾ ਜਿਨ੍ਹਾਂ ਦਾ ਉਹਨਾਂ ਨੇ ਅਨੁਭਵ ਨਹੀਂ ਕੀਤਾ। ਉਹ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਹਨ ਜਿਨ੍ਹਾਂ ਦਾ ਉਹਨਾਂ ਨੇ ਅਨੁਭਵ ਕੀਤਾ ਅਤੇ ਜੋ ਉਸ ਹੱਦ ਦੇ ਅੰਦਰ ਹਨ ਜਿਸ ਨੂੰ ਉਹ ਜਾਣਦੇ ਹਨ, ਪਰ ਉਹ ਆਪਣੇ ਅਨੁਭਵ ਤੋਂ ਹੱਦ ਤੋਂ ਬਾਹਰ ਦੀਆਂ ਚੀਜ਼ਾਂ ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਕੀ ਸਵਰਗੀ ਦੁਨੀਆ ਦੀ ਮੌਜੂਦਗੀ ਹੈ ਜਾਂ ਨਹੀਂ? ਉਸ ਦੀ ਪੱਕੀ ਤਰ੍ਹਾਂ ਮੌਜੂਦਗੀ ਹੈ। ਇੱਕ ਵਾਰ ਮੈਨੂੰ ਇੱਕ ਆਦਮੀ ਨੇ ਕਿਹਾ, ਮੈਂ ਸਵਰਗ ਅਤੇ ਆਤਮਾ ਦੀ ਮੌਜੂਦਗੀ ਤੇ ਤਦ ਵਿਸ਼ਵਾਸ ਕਰਾਂਗਾ ਜੇਕਰ ਮੈਂ ਉਹਨਾਂ ਨੂੰ ਦੇਖ ਸਕਾਂ।
ਮੈਂ ਉਹਨਾਂ ਚੀਜ਼ਾਂ ਤੇ ਕਿਵੇਂ ਵਿਸ਼ਵਾਸ ਕਰ ਸਕਦਾ ਹਾਂ ਜਿਨ੍ਹਾਂ ਨੂੰ ਮੈਂ ਨਹੀਂ ਦੇਖ ਸਕਦਾ। ਇਸ ਲਈ ਮੈਂ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਹੁਣ ਇੱਥੋਂ ਅਮਰੀਕਾ ਦੇਖ ਸਕਦੇ ਹੋ? ਨਹੀਂ, ਮੈਂ ਨਹੀਂ ਦੇਖ ਸਕਦਾ। ਫਿਰ ਤਾਂ ਅਮਰੀਕਾ ਦੀ ਮੌਜੂਦਗੀ ਨਹੀਂ ਹੈ, ਕਿਉਂਕਿ ਤੁਸੀਂ ਉਸ ਨੂੰ ਨਹੀਂ ਦੇਖ ਸਕਦੇ। ਤੁਸੀਂ ਅਮਰੀਕਾ ਦੀ ਮੌਜੂਦਗੀ ਤੇ ਵਿਸ਼ਵਾਸ ਨਹੀਂ ਕਰ ਸਕਦੇ, ਹੈ ਨਾ? ਕਿ ਅਮਰੀਕਾ ਇਸ ਲਈ ਮੌਜੂਦ ਨਹੀਂ ਹੈ ਕਿਉਂਕਿ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ। ਜੋ ਲੋਕ ਉੱਥੇ ਗਏ ਹਨ ਉਹ ਕਹਿੰਦੇ ਹਨ ਅਮਰੀਕਾ ਇਸ ਤਰ੍ਹਾਂ ਹੈ, ਅਮਰੀਕਾ ਉਸ ਤਰ੍ਹਾਂ ਹੈ ਨਾ? ਜੇਕਰ ਕੋਈ ਵਿਅਕਤੀ ਬੋਲੇ ਮੈਂ ਸਾਈਨ ਬੋਰਡ ਤੇ ਇਹ ਲੇਖ ਦੇਖਿਆ, ਇਸ ਕਾਰ ਨੂੰ $100 ਦੇ ਕੇ ਲੈ ਜਾਓ, ਤਾਂ ਲੋਕ ਇਹ ਸੋਚਦੇ ਹੋਏ ਇਸ ਤੇ ਵਿਸ਼ਵਾਸ ਨਹੀਂ ਕਰਦੇ। ਇਸ ਤਰ੍ਹਾਂ ਦਾ ਕੋਈ ਦੇਸ਼ ਨਹੀਂ ਹੈ ਜਿਸ ਵਿੱਚ ਇਹ ਸੰਭਵ ਹੋਵੇ। 1960 ਤੇ 70 ਦੇ ਦਹਾਕੇ ਵਿੱਚ ਕੋਰੀਆ ਵਿੱਚ ਕਾਰ ਮਹਿੰਗੀ ਚੀਜ਼ ਸੀ। ਉਹ ਹੁਣ ਵੀ ਮਹਿੰਗੀ ਹੈ, ਪਰ ਉਸ ਸਮੇਂ ਆਰਥਿਕ ਸਥਿਤੀ ਦੇ ਕਰਕੇ ਲੋਕਾਂ ਦੇ ਲਈ ਇਹ ਕਲਪਨਾ ਕਰਨਾ ਅਸੰਭਵ ਸੀ ਕਿ ਉਹ ਕਾਰ ਚਲਾ ਸਕਦੇ ਹਨ। ਇਸ ਲਈ ਲੋਕ ਸਮਝ ਨਹੀਂ ਸਕੇ ਕਿ ਲੋਕ ਕਾਰਾਂ ਨੂੰ ਸੁੱਟਦੇ ਹਨ। ਪਰ ਹੁਣ ਕੀ ਅਸੀਂ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਸੇ ਪ੍ਰਕਾਰ ਸਿਰਫ ਇਸ ਲਈ ਕਿ ਇਹ ਇਸ ਤਰ੍ਹਾਂ ਦੀ ਦੁਨੀਆ ਹੈ ਜਿਸ ਨੂੰ ਅਸੀਂ ਨਾ ਦੇਖ ਸਕਦੇ ਹਾਂ ਅਤੇ ਨਾ ਹੀ ਉਸ ਦਾ ਅਨੁਭਵ ਕਰ ਸਕਦੇ ਹਾਂ, ਤਾਂ ਇਸ ਦਾ ਅਰਥ ਇਹ ਨਹੀਂ ਹੋਵੇਗਾ ਕਿ ਉਸ ਦੁਨੀਆ ਦੀ ਮੌਜੂਦਗੀ ਨਹੀਂ ਹੈ। ਕਿਉਂਕਿ ਪਰਮੇਸ਼ਵਰ ਉਸ ਦੁਨੀਆ ਤੋਂ ਆਏ ਹਨ, ਇਸ ਲਈ ਉਹਨਾਂ ਨੇ ਸਾਨੂੰ ਉਸ ਦੁਨੀਆ ਦੇ ਵਿਸ਼ੇ ਵਿੱਚ ਸਭ ਕੁਝ ਸਮਝਾਇਆ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਧਰਤੀ ਤੇ ਸਾਡੇ ਕੰਮਾਂ ਦੇ ਅਨੁਸਾਰ ਬਦਲਾ ਦੇਣਗੇ, ਤਾਂ ਜੋ ਅਸੀਂ ਆਤਮਿਕ ਦੁਨੀਆ ਵਿੱਚ ਉਹਨਾਂ ਦੇ ਕੋਲ ਸਹੀ ਢੰਗ ਨਾਲ ਆ ਸਕੀਏ। ਇਸ ਤਰ੍ਹਾਂ ਲਿਖਿਆ ਹੈ ਪਰਮੇਸ਼ਵਰ ਸਾਡੇ ਕੰਮਾਂ ਦੇ ਅਨੁਸਾਰ ਸਾਡਾ ਨਿਆਂ ਕਰਨਗੇ। ਸਾਨੂੰ ਉਸ ਦਿਸ਼ਾ ਵਿੱਚ ਜਾਣਾ ਚਾਹੀਦਾ ਹੈ ਜਿਸ ਨਾਲ ਪਰਮੇਸ਼ਵਰ ਖੁਸ਼ ਹੁੰਦੇ ਹਨ। ਸਿਰਫ ਧਰਤੀ ਦੇ ਜੀਵਨ ਦੇ ਬਾਰੇ ਵਿੱਚ ਸੋਚਣ ਦੇ ਬਦਲੇ ਆਓ ਅਸੀਂ ਸਵਰਗ ਦੇ ਰਾਜ ਦੇ ਜੀਵਨ ਦੇ ਬਾਰੇ ਵਿੱਚ ਸੋਚੀਏ, ਜਿੱਥੇ ਅਸੀਂ ਭਵਿੱਖ ਵਿੱਚ ਜਾਵਾਂਗੇ। ਆਓ ਅਸੀਂ ਪਹਿਲਾ ਥੈਸਲੁਨੀਕੀਆਂ ਅਧਿਆਇ 4 ਤੇ ਇੱਕ ਨਜ਼ਰ ਪਾਈਏ। ਅਧਿਆਇ 4 ਵਚਨ 15। ਅਸੀਂ ਪ੍ਰਭੂ ਦੇ ਵਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ, ਭਾਈ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜਿਹੜੇ ਸੋ ਗਏ ਹਨ ਕਦੀ ਅਗੇਤੇ ਨਾ ਹੋਵਾਂਗੇ। ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੂਰੀ ਨਾਲ ਸਵਰਗ ਤੋਂ ਉਤਰੇਗਾ, ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਕੀ ਕਰਨਗੇ? ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬਦਲਾ ਉੱਤੇ ਅਚਾਨਕ ਉਠਾਏ ਜਾਵਾਂਗੇ, ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਏ ਨੂੰ ਤਸੱਲੀ ਦਿਓ। ਸਵਰਗ ਵਿੱਚ ਅਸੀਂ ਪਰਮੇਸ਼ਵਰ ਦੇ ਨਾਲ ਸਦਾ ਦੇ ਲਈ ਜਿਉਂਦੇ ਰਹਾਂਗੇ। ਉਹ ਖੁਸ਼ਹਾਲੀ ਅਤੇ ਖੁਸ਼ੀ ਨਾਲ ਭਰਿਆ ਹੋਵੇਗਾ ਅਤੇ ਹਰ ਦਿਨ ਸਭ ਕੁਝ ਨਵੇਂ ਤਰੀਕੇ ਨਾਲ ਬਣਾਇਆ ਜਾਵੇਗਾ। ਉਹ ਇਸ ਤਰ੍ਹਾਂ ਦੀ ਦੁਨੀਆ ਹੈ ਜਿਵੇਂ ਪਰੀਆਂ ਦੀ ਕਹਾਣੀ ਵਿੱਚ ਦਿਖਾਈ ਦਿੰਦੀ ਹੈ। ਲੋਕ ਉਸ ਦੁਨੀਆ ਦੀ ਕਲਪਨਾ ਕਰਦੇ ਅਤੇ ਉਸ ਦਾ ਸੁਪਨਾ ਦੇਖਦੇ ਹਨ। ਉਹ ਦੁਨੀਆ ਦੀ ਮੌਜੂਦਗੀ ਹੈ, ਉਹ ਸੱਚਮੁੱਚ ਮੌਜੂਦ ਹੈ, ਪਰ ਕਿਉਂਕਿ ਲੋਕ ਉਸ ਦੁਨੀਆ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਮਹਿਸੂਸ ਕਰਦੇ, ਇਸ ਲਈ ਪਰਮੇਸ਼ਵਰ ਨੇ ਖੁਦ ਇਸ ਧਰਤੀ ਤੇ ਆ ਕੇ ਸਾਨੂੰ ਉਸ ਦੀ ਜਾਣਕਾਰੀ ਦਿੱਤੀ ਤਾਂ ਜੋ ਅਸੀਂ ਉਹ ਦੁਨੀਆ ਮਹਿਸੂਸ ਕਰ ਸਕੀਏ, ਹੈ ਨਾ? ਤੁਹਾਨੂੰ ਸਾਰਿਆਂ ਨੂੰ ਪਤੰਗੇ ਦੀ ਕਹਾਣੀ ਯਾਦ ਹੈ ਨਾ? ਤਲਾਬ ਵਿੱਚ ਕੁਝ ਡਰੈਗਨ ਫਲਾਈ ਲਾਰਵੇ ਰਹਿ ਰਹੇ ਸੀ। ਤਦ ਤਲਾਬ ਦੇ ਬਾਹਰੋਂ ਡੱਡੂ ਨੇ ਆ ਕੇ ਉਹਨਾਂ ਨੂੰ ਕਿਹਾ, ਉੱਥੇ ਫੁੱਲ ਹਨ ਅਤੇ ਦਿਨ ਨੂੰ ਸੂਰਜ ਚੜ੍ਹਦਾ ਹੈ ਅਤੇ ਰਾਤ ਨੂੰ ਚੰਦਰਮਾ, ਅਤੇ ਉੱਥੇ ਚਾਰੇ ਮੌਸਮਾਂ ਵਿੱਚ ਕੁਦਰਤੀ ਚੱਕਰ ਵਿੱਚ ਸੁੰਦਰ ਬਦਲਾਵ ਹੁੰਦੇ ਹਨ। ਡਰੈਗਨ ਫਲਾਈ ਲਾਰਵੇ ਤਲਾਬ ਦੇ ਬਾਹਰ ਦੀ ਦੁਨੀਆ ਦੇ ਬਾਰੇ ਵਿੱਚ ਡੱਡੂ ਦੀ ਬੋਲੀ ਗੱਲ ਤੇ ਵਿਸ਼ਵਾਸ ਨਹੀਂ ਕਰ ਸਕੇ, ਕਿਉਂਕਿ ਉਹਨਾਂ ਨੇ ਉਸ ਦੁਨੀਆ ਦਾ ਕਦੀ ਅਨੁਭਵ ਨਹੀਂ ਕੀਤਾ ਸੀ। ਪਰ ਕਿਉਂਕਿ ਡੱਡੂ ਇੰਨਾ ਯਥਾਰਥਵਾਦੀ ਨਾਲ ਦੱਸ ਰਿਹਾ ਸੀ ਕਿ ਉਹ ਜਾਣ ਨਹੀਂ ਸਕੇ ਕਿ ਉਹਨਾਂ ਨੂੰ ਇਸ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਾਂ ਨਹੀਂ, ਇਸ ਲਈ ਉਹਨਾਂ ਨੇ ਇੱਕ ਮੀਟਿੰਗ ਰੱਖ ਕੇ ਇਹ ਸਿੱਟਾ ਕੱਢਿਆ, ਜੋ ਜਵਾਨ ਲਾਰਵਾ ਬਣੇਗਾ ਉਹ ਪਾਣੀ ਤੋਂ ਬਾਹਰ ਜਾਵੇਗਾ, ਫਿਰ ਉਹ ਬਾਹਰ ਦੀ ਦੁਨੀਆ ਦੀ ਪੁਸ਼ਟੀ ਕਰਕੇ ਪਾਣੀ ਵਿੱਚ ਵਾਪਸ ਆਵੇਗਾ ਅਤੇ ਸਾਨੂੰ ਬਾਕੀ ਲਾਰਵਿਆਂ ਨੂੰ ਇਸ ਦੇ ਵਿਸ਼ੇ ਜਾਣਕਾਰੀ ਦੇਵੇਗਾ, ਤਾਂ ਜੋ ਅਸੀਂ ਇਸ ਤਰ੍ਹਾਂ ਦੀ ਦੁਨੀਆ ਦੀ ਮੌਜੂਦਗੀ ਤੇ ਵਿਸ਼ਵਾਸ ਕਰ ਸਕੀਏ। ਪਰ ਪਾਣੀ ਤੋਂ ਬਾਹਰ ਨਿਕਲੇ ਹੋਏ ਲਾਰਵਿਆਂ ਵਿੱਚੋਂ ਇੱਕ ਵੀ ਵਾਪਸ ਨਹੀਂ ਆਇਆ, ਕਿਉਂਕਿ ਉਹ ਅਲੱਗ ਅਯਾਮੀ ਦੁਨੀਆ ਵਿੱਚ ਚਲੇ ਜਾਣ ਤੋਂ ਬਾਅਦ ਵਾਪਸ ਨਹੀਂ ਮੁੜ ਸਕਦੇ। ਕੀ ਕੋਈ ਲਾਰਵਾ ਜਿਵੇਂ ਉਹ ਡਰੈਗਨ ਫਲਾਈ ਹੁੰਦੇ ਹੋਏ ਕਰਦਾ ਸੀ ਤਲਾਬ ਵਿੱਚ ਵਾਪਸ ਮੁੜ ਕੇ ਪਾਣੀ ਵਿੱਚ ਰਹਿ ਸਕਦਾ ਹੈ? ਉਹਨਾਂ ਵਿੱਚ ਇਸ ਤਰ੍ਹਾਂ ਦਾ ਬਦਲਾਵ ਆਇਆ ਕਿ ਉਹ ਹੁਣ ਉਸ ਤਰ੍ਹਾਂ ਨਾਲ ਨਹੀਂ ਰਹਿ ਸਕਦੇ। ਇਸ ਲਈ ਡਰੈਗਨ ਫਲਾਈ ਦੀ ਦੁਨੀਆ ਵਿੱਚ ਉਹਨਾਂ ਨੇ ਆਪਣੇ ਸ਼ਬਦਕੋਸ਼ ਵਿੱਚ ਇਹ ਲਿਖਿਆ
ਡੱਡੂ ਝੂਠਾ ਹੈ। ਇਹ ਉਹੀ ਗੱਲ ਹੈ ਜਿਸ ਦੇ ਬਾਰੇ ਵਿੱਚ ਯੀਸ਼ੂ ਨੂੰ ਬੁਰਾ ਲੱਗਿਆ ਸੀ। ਮੈਂ ਤੁਹਾਨੂੰ ਉਹ ਦੱਸ ਰਿਹਾ ਹਾਂ ਜੋ ਮੈਂ ਦੇਖਿਆ ਹੈ, ਮੈਂ ਤੁਹਾਨੂੰ ਉਹੀ ਸਮਝਾ ਰਿਹਾ ਹਾਂ ਜੋ ਮੈਂ ਸੁਣਿਆ ਹੈ, ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਜੋ ਮੈਂ ਜਾਣਦਾ ਹਾਂ, ਫਿਰ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਇਹ ਠੀਕ ਮੱਧ ਪੂਰਬ ਤੋਂ ਉਸ ਪਿਤਾ ਦੇ ਚਿੱਠੀ ਭੇਜਣ ਦੇ ਵਾਂਗ ਹੈ ਜਿਸ ਵਿੱਚ ਇਹ ਲਿਖਿਆ ਸੀ, ਇੱਥੇ ਦਿਨ ਨੂੰ ਪਾਰਾ 50 ਡਿਗਰੀ ਤੱਕ ਪਹੁੰਚਦਾ ਹੈ। ਜੇਕਰ ਤੁਸੀਂ ਅੰਡਾ ਤੋੜ ਕੇ ਇਸ ਨੂੰ ਕਾਰ ਦੇ ਹੁੱਡ ਤੇ ਰੱਖੋ ਤਾਂ ਉਹ ਆਮਲੇਟ ਬਣ ਜਾਵੇਗਾ। ਉਹ ਇਸ ਤਰ੍ਹਾਂ ਦਾ ਕੁਝ ਅਨੁਭਵ ਸੀ ਜਿਸ ਦਾ ਕੋਰੀਆ ਦੇ ਲੋਕਾਂ ਨੇ ਪਹਿਲਾਂ ਕਦੀ ਅਨੁਭਵ ਨਹੀਂ ਕੀਤਾ ਸੀ। ਕੀ ਹੁੰਦਾ ਜੇਕਰ ਉਹ ਚਿੱਠੀ ਆਪਣੇ ਪਿਤਾ ਤੋਂ ਨਹੀਂ ਪਰ ਉਹਨਾਂ ਦੇ ਦੋਸਤਾਂ ਵਿੱਚੋਂ ਇੱਕ ਜਾਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਵੱਲੋਂ ਹੁੰਦੀ ਜਿਨ੍ਹਾਂ ਤੇ ਉਹ ਉਹਨਾਂ ਭਰੋਸਾ ਨਹੀਂ ਕਰਦੇ ਜਿੰਨਾ ਭਰੋਸਾ ਉਹ ਆਪਣੇ ਪਿਤਾ ਤੇ ਕਰਦੇ ਹਨ। ਉਹ ਇਸ ਤਰ੍ਹਾਂ ਕਹਿੰਦੇ ਹਨ, ਉਹ ਬਹੁਤ ਵਧਾ ਚੜਾ ਕੇ ਬੋਲ ਰਿਹਾ ਹੈ, ਪਰ ਉਹ ਗੱਲਾਂ ਸੱਚ ਹਨ। ਇਹਨਾਂ ਗੱਲਾਂ ਦੇ ਪੂਰੀ ਤਰ੍ਹਾਂ ਨਾਲ ਅਸਲੀਅਤ ਹੋਣ ਤੇ ਵੀ ਜਿਨ੍ਹਾਂ ਲੋਕਾਂ ਨੇ ਇਹਨਾਂ ਦਾ ਅਨੁਭਵ ਨਹੀਂ ਕੀਤਾ ਹੈ ਉਹ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ। ਇਸ ਲਈ ਯੀਸ਼ੂ ਨੇ ਕਿਹਾ, ਪਰ ਧੰਨ ਹਨ ਤੁਹਾਡੀਆਂ ਅੱਖਾਂ ਕਿਉਂਕਿ ਉਹ ਦੇਖਦੀਆਂ ਹਨ, ਅਤੇ ਧੰਨ ਹਨ ਤੁਹਾਡੇ ਕੰਨ ਕਿਉਂਕਿ ਉਹ ਸੁਣਦੇ ਹਨ, ਅਤੇ ਧੰਨ ਹਨ ਤੁਹਾਡੇ ਮਨ ਕਿਉਂਕਿ ਉਹ ਸਮਝਦੇ ਹਨ। ਸਾਰੇ ਲੋਕੋ ਆ ਜਾਓ ਅਸੀਂ ਆਤਮਿਕ ਦੁਨੀਆ ਦੇ ਬਾਰੇ ਵਿੱਚ ਸੋਚੀਏ ਜਿਸ ਨੂੰ ਲੈ ਕੇ ਪਰਮੇਸ਼ਵਰ ਨੇ ਸਾਨੂੰ ਇੱਕ ਵਾਰ ਫਿਰ ਤੋਂ ਜਾਣਕਾਰੀ ਦਿੱਤੀ ਹੈ। ਅਸੀਂ ਕੁਦਰਤੀ ਸਰੀਰ ਲੈ ਕੇ ਆਤਮਿਕ ਦੁਨੀਆ ਵਿੱਚ ਨਹੀਂ ਜਾ ਸਕਦੇ। ਡਰੈਗਨ ਫਲਾਈ ਲਾਰਵਾ ਆਪਣਾ ਪੂਰਾ ਜੀਵਨ ਪਾਣੀ ਵਿੱਚ ਬਿਤਾਉਂਦਾ ਹੈ, ਇਸ ਲਈ ਉਹਨਾਂ ਦੇ ਸਰੀਰ ਪਾਣੀ ਵਿੱਚ ਸਾਹ ਲੈਣ, ਖਾਣ ਅਤੇ ਸਭ ਕੁਝ ਕਰਨ ਦੇ ਲਈ ਚੰਗੇ ਹਨ। ਪਰ ਉਹਨਾਂ ਦੇ ਜਵਾਨ ਬਣ ਜਾਣ ਤੋਂ ਬਾਅਦ ਉਹਨਾਂ ਦਾ ਪਾਰਦਰਸ਼ੀ ਪੰਖ ਅਤੇ ਲੰਬੀ ਪੂੰਛ ਵਾਲਾ ਸੁਚਾਰੂ ਸਰੀਰ ਹੁੰਦਾ ਹੈ। ਇੱਕ ਵਾਰ ਇਸ ਤਰ੍ਹਾਂ ਹੋਣ ਤੇ ਉਹ ਫਿਰ ਪਾਣੀ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਬਦਲਾਵ ਹੋਇਆ ਹੈ। ਇਸ ਲਈ ਉਹਨਾਂ ਨੇ ਇਕੱਠੇ ਹੋ ਕੇ ਇਹ ਸਿੱਟਾ ਕੱਢਿਆ ਕਿ ਡੱਡੂ ਦੀ ਗੱਲ ਝੂਠੀ ਹੈ। ਇਹ ਗੱਲ ਝੂਠੀ ਨਹੀਂ ਸੀ। ਜਦੋਂ ਉਹ ਜਵਾਨ ਬਣ ਕੇ ਪਾਣੀ ਤੋਂ ਬਾਹਰ ਨਿਕਲਣਗੇ ਤਾਂ ਉਹ ਫੁੱਲ, ਸੂਰਜ, ਚੰਦਰਮਾ ਅਤੇ ਸੁੰਦਰ ਦਰਖਤ ਦੇਖਣਗੇ। ਉਹ ਅਲੱਗ ਪ੍ਰਕਾਰ ਦੇ ਅਤੇ ਰੰਗਾਂ ਦੇ ਫੁੱਲਾਂ ਦੀ ਖੁਸ਼ਬੂ ਸੁੰਘਣਗੇ। ਉਹ ਜਾਣ ਲੈਣਗੇ ਕਿ ਡੱਡੂ ਨੇ ਉਹਨਾਂ ਨੂੰ ਸੱਚ ਦੱਸਿਆ ਸੀ, ਸਿਰਫ ਇਸ ਲਈ ਕਿ ਇਸ ਤਰ੍ਹਾਂ ਦੀ ਦੁਨੀਆ ਹੈ ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਤਾਂ ਸਾਨੂੰ ਇਹ ਕਦੀ ਨਹੀਂ ਸੋਚਣਾ ਚਾਹੀਦਾ ਕਿ ਉਹ ਦੁਨੀਆ ਮੌਜੂਦਗੀ ਵਿੱਚ ਨਹੀਂ ਹੈ। ਸਾਨੂੰ ਸਿਓਨ ਦੀਆਂ ਸੰਤਾਨਾਂ ਨੂੰ ਵਿਸ਼ਵਾਸ ਦੀਆਂ ਅੱਖਾਂ ਨਾਲ ਉਸ ਦੁਨੀਆ ਨੂੰ ਅਪਣਾਉਣਾ ਚਾਹੀਦਾ ਹੈ। ਪਹਿਲਾ ਥੈਸਲੁਨੀਕੀਓ ਅਧਿਆਇ 4 ਵਿੱਚ ਲਿਖਿਆ ਹੈ, ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਪਰਮੇਸ਼ਵਰ ਸਾਨੂੰ ਉਸ ਵਡਿਆਈ ਦੇ ਬਾਰੇ ਸੋਚਦੇ ਹੋਏ ਵਿਸ਼ਵਾਸ ਦੇ ਰਾਹ ਤੇ ਚੱਲਣ ਨੂੰ ਕਹਿੰਦੇ ਹਨ, ਹੈ ਨਾ? ਬਾਈਬਲ ਦੇ ਜ਼ਰੀਏ ਪਰਮੇਸ਼ਵਰ ਨੇ ਸਾਨੂੰ ਇਹ ਸਾਰੀਆਂ ਸਿੱਖਿਆਵਾਂ ਦਿੱਤੀਆਂ ਹਨ ਕਿ ਅਸੀਂ ਦੂਸਰਾ ਥਿਮੋਥੀਅਸ ਅਧਿਆਇ 3 ਵਚਨ 14 ਦੇਖੀਏ, ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸੱਤ ਮੰਨੀਆਂ ਟਿਕਿਆ ਰਹਿ, ਕਿਉਂ ਜੋ ਤੂੰ ਜਾਣਦਾ ਹੈ ਭਾਈ ਕਿੰਨਾਂ ਕੋਲੋਂ ਸਿੱਖੀਆਂ ਸਨ, ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈ, ਜਿਹੜੀਆਂ ਉਸ ਨਿਸ਼ਚਾ ਦੇ ਰਾਹੀਂ ਜੋ ਮਸੀਹ ਯੀਸ਼ੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ। ਸਾਡੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਜਾਉਣ ਲਈ ਗੁਣਕਾਰ ਹੈ। ਭਾਈ ਪਰਮੇਸ਼ਵਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਬਾਈਬਲ ਪਿਤਾ ਅਤੇ ਮਾਤਾ ਦੀ ਚਿੱਠੀ ਹੈ। ਇਹ ਪਰਮੇਸ਼ਵਰ ਨੇ ਸਾਨੂੰ ਅਰਥਾਤ ਸਾਰੀ ਮਨੁੱਖ ਜਾਤੀ ਨੂੰ ਦਿੱਤੀ ਹੈ। ਪਿਤਾ ਦੀ ਚਿੱਠੀ ਦੇ ਨਾਲ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਇਸ ਤੇ ਵਿਸ਼ਵਾਸ ਕਰਨਾ ਅਤੇ ਦ੍ਰਿੜ ਰਹਿਣਾ ਚਾਹੀਦਾ ਹੈ। ਬਾਈਬਲ ਕਿਸ ਦੇ ਦੁਆਰਾ ਲਿਖੀ ਗਈ? ਖੁਦ ਪਰਮੇਸ਼ਵਰ ਨੇ ਇਹ ਬਾਈਬਲ ਲਿਖੀ। ਬਾਈਬਲ ਉਹਨਾਂ ਨਬੀਆਂ ਨੇ ਲਿਖੀ ਜੋ ਪਰਮੇਸ਼ਵਰ ਦੁਆਰਾ ਉਕਸਾਏ ਗਏ ਸਨ। ਆਓ ਅਸੀਂ ਦੂਸਰਾ ਪਤਰਸ ਅਧਿਆਇ 1 ਵਚਨ 19 ਦੇਖੀਏ। ਅਤੇ ਅੰਗਮਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਿੰਨਾ ਚਿਰ ਪੋਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡੇ ਹਿਰਦਿਆਂ ਵਿੱਚ ਨਾ ਚੜਾਵੇ। ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਾਈ ਧਰਮ ਪੁਸਤਕ ਦੇ ਕਿਸੇ ਅੰਗਮਵਾਕ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ, ਕਿਉਂਕਿ ਕੋਈ ਅੰਗਮਵਾਕ ਮਨੁੱਖ ਦੀ ਇੱਛਾ ਤੋਂ ਕਦੀ ਨਹੀਂ ਆਇਆ, ਸਗੋਂ ਮਨੁੱਖ ਕਿਸ ਦੇ ਦੁਆਰਾ? ਪਵਿੱਤਰ ਆਤਮਾ ਦੇ ਉਕਸਾਨ ਨਾਲ ਪਰਮੇਸ਼ਵਰ ਦੀ ਵੱਲੋਂ ਬੋਲਦੇ ਸਨ, ਕਿਉਂਕਿ ਉਹ ਪਰਮੇਸ਼ਵਰ ਦੇ ਵੱਲੋਂ ਬੋਲਦੇ ਸੀ ਅਤੇ ਉਹਨਾਂ ਨੇ ਉਹੀ ਲਿਖਿਆ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤਾ ਸੀ। ਇਸ ਲਈ ਬਾਈਬਲ ਦੇ ਸਾਰੇ ਬਚਨ ਕਿਸ ਦੀ ਇੱਛਾ ਹੈ? ਉਹ ਸਾਨੂੰ ਦਿੱਤੀ ਗਈ
ਪਰਮੇਸ਼ਵਰ ਦੀ ਇੱਛਾ ਅਤੇ ਪਿਆਰ ਹੈ ਨਾ। ਪਰਮੇਸ਼ਵਰ ਪਾਪ ਕਰਕੇ ਇਸ ਧਰਤੀ ਤੇ ਸੁੱਟ ਦਿੱਤੀ ਗਈ ਸਵਰਗੀ ਸੰਤਾਨਾਂ ਦੀ ਅਗਵਾਈ ਕਰਨਾ ਚਾਹੁੰਦੇ ਹਨ ਤਾਂ ਜੋ ਅਸੀਂ ਆਪਣਾ ਮੂਲ ਆਤਮਿਕ ਸੂਰਤ ਫਿਰ ਤੋਂ ਪਾ ਸਕੀਏ। ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਇੱਕ ਹੋਰ ਵਾਰ ਆਤਮਿਕ ਦੁਨੀਆ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਆਪਣੇ ਦਿਲਾਂ ਤੇ ਲਿਖਣਾ ਚਾਹੀਦਾ ਹੈ। ਇਸ ਤਰ੍ਹਾਂ ਲਿਖਿਆ ਹੈ, ਸਾਡੇ ਲਈ ਪਰਮੇਸ਼ਵਰ ਵੱਲੋਂ ਤਿਆਰੀ ਕੀਤੀ ਹੋਈ ਸ਼ਾਨਦਾਰ ਦੁਨੀਆ ਨੂੰ ਕਿਸੇ ਅੱਖ ਨੇ ਨਹੀਂ ਦੇਖਿਆ, ਕਿਸੇ ਕੰਨ ਨੇ ਨਹੀਂ ਸੁਣਿਆ ਅਤੇ ਕਿਸੇ ਦੇ ਮਨ ਵਿੱਚ ਨਹੀਂ ਆਇਆ ਹੈ। ਜੋ ਕੁਝ ਧਰਤੀ ਤੇ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ, ਉਸ ਦੀ ਤੁਲਨਾ ਸਵਰਗ ਦੀਆਂ ਚੀਜ਼ਾਂ ਨਾਲ ਨਹੀਂ ਕੀਤੀ ਜਾ ਸਕਦੀ। ਆਓ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਆਪਣੇ ਦਿਲਾਂ ਤੇ ਲਿਖੀਏ, ਜਿਨ੍ਹਾਂ ਨੇ ਸਾਡੇ ਲਈ ਸੁੰਦਰ ਅਤੇ ਸ਼ਾਨਦਾਰ ਦੁਨੀਆ ਤਿਆਰ ਕੀਤੀ ਹੈ ਅਤੇ ਜਿਨ੍ਹਾਂ ਨੇ ਕਿਹਾ, ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੀ ਰਹਿਣ ਦੀ ਜਗ੍ਹਾ ਹੈ, ਫਿਰ ਮੈਂ ਆ ਕੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ। ਜਿੱਥੇ ਮੈਂ ਹਾਂ ਤੁਸੀਂ ਵੀ ਉੱਥੇ ਹੀ ਰਹੋ। ਸਾਨੂੰ ਦੁਨੀਆ ਦੇ ਉਹਨਾਂ ਲੋਕਾਂ ਦੇ ਵਾਂਗ ਨਹੀਂ ਬਣਨਾ ਚਾਹੀਦਾ ਜਿਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਸਾਡੀ ਆਤਮਾਵਾਂ ਹੁੰਦੀਆਂ ਹਨ। ਸਾਨੂੰ ਚੀਜ਼ਾਂ ਨੂੰ ਜਿਸ ਤਰ੍ਹਾਂ ਪਰਮੇਸ਼ਵਰ ਦੇਖਦੇ ਹਨ ਉਸੇ ਤਰ੍ਹਾਂ ਨਾਲ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਕੇ ਸਾਨੂੰ ਉਸ ਆਤਮਿਕ ਦੁਨੀਆ ਵਿੱਚ ਜਾਣਾ ਚਾਹੀਦਾ ਹੈ ਜਿੱਥੇ ਪਰਮੇਸ਼ਵਰ ਨਿਵਾਸ ਕਰਦੇ ਹਨ। ਕਹੋ ਤਾਂ ਅਧਿਆਇ 8 ਵਚਨ 30 ਵਿੱਚ ਲੰਬੇ ਸਮੇਂ ਪਹਿਲਾਂ ਸੁਲੇਮਾਨ ਨੇ ਕਿਹਾ, ਮੈਂ ਪਰਮੇਸ਼ਵਰ ਦੇ ਕੋਲ ਰਹਿੰਦੇ ਹੋਏ ਹਰ ਸਮੇਂ ਖੁਸ਼ ਰਹਿੰਦਾ ਸੀ। ਆਓ ਅਸੀਂ ਸ਼ਾਨਦਾਰ ਸਵਰਗ ਦੇ ਰਾਜ ਵਿੱਚ, ਜਿੱਥੇ ਨਾ ਮੌਤ, ਨਾ ਸੋਗ ਅਤੇ ਨਾ ਹੀ ਦਰਦ ਹੈ, ਪਰ ਜਿਵੇਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 4 ਵਿੱਚ ਲਿਖਿਆ ਹੈ, ਸਿਰਫ ਖੁਸ਼ਹਾਲੀ ਅਤੇ ਖੁਸ਼ੀ ਹੈ। ਅਨੰਤ ਜੀਵਨ ਅਤੇ ਆਸ਼ੀਸ਼ਾਂ ਦੀ ਖੁਸ਼ੀ ਮਨਾਉਣ ਵਾਲੀ ਸਿਯੋਨ ਦੀ ਸੱਚੀ ਸੰਤਾਨ ਬਣੀਏ। ਪਰਮੇਸ਼ਵਰ ਦੇ ਇਸ ਤਰ੍ਹਾਂ ਦੇ ਪੁੱਤਰ ਅਤੇ ਧੀਆ ਬਣਨ ਨੂੰ ਕਹਿੰਦੇ ਹੋਏ ਜੋ ਇਸ ਤਰ੍ਹਾਂ ਕਰ ਸਕਦੇ ਹਨ, ਮੈਂ ਅੱਜ ਦਾ ਵਚਨ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।